ਗਲੋਬਲ ਸਿੱਖ ਵਿਚਾਰ ਮੰਚ ਸੁਲਤਾਨਪੁਰ ਲੋਧੀ ਦੇ ਵੱਲੋਂ 2 ਦਿਨਾਂ ਵਿਸ਼ਵ ਸਿੱਖ ਕਾਨਫਰੰਸ ਦਾ ਆਯੋਜਨ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਦੇ ਵਿੱਚ ਕੀਤਾ ਗਿਆ, ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਾਰਾ ਨੂੰ ਸਮਰਪਿਤ ਗੁਰੂ ਨਾਨਕ ਬਾਣੀ ਦੀ ਵਰਤਮਾਨ ਪ੍ਰਸੰਗਤਾ ਵਿਸ਼ੇ ਦੇ ਉੱਤੇ ਵੀ ਪ੍ਰੋਗਰਾਮ ਸਮਰਪਿਤ ਕੀਤਾ ਗਿਆ, ਜਿਹਦੇ ਵਿੱਚ ਗੁਰੂ ਦੀ ਬਾਣੀ ਦੇ ਲੜ ਲੱਗਣ, ਉਹਨਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਦੇ ਉੱਤੇ ਚੱਲਣ ਦੇ ਲਈ ਗੱਲਬਾਤ ਕੀਤੀ ਗਈ। ਇਸ 2 ਰੋਜ਼ਾ ਵਿਸ਼ਵ ਕਾਨਫਰੰਸ ਦੇ ਵਿੱਚ ਦੂਰੋਂ ਬੁਲਾਰਿਆਂ ਨੇ ਹਿੱਸਾ ਲਿਆ, ਜਿਹਦੇ ਵਿੱਚ ਪਹਿਲੇ ਦਿਨ ਦੇ ਸ਼ੁਰੂਆਤੀ ਸੈਸ਼ਨ ਦੇ ਵਿੱਚ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ਦੂਸਰੇ ਸੈਸ਼ਨ ਦੇ ਵਿੱਚ ਬੀਬੀ ਜਗੀਰ ਕੌਰ ਮੁੱਖ ਮਹਿਮਾਨ ਦੇ ਵਜੋਂ ਸ਼ਾਮਲ ਹੋਏ। ਬੁਲਾਰਿਆਂ ਦੇ ਜਿੱਥੇ ਆਪਣੇ ਵਿਚਾਰ ਸਾਂਝੇ ਕੀਤੇ, ਉੱਥੇ ਨਾਲ ਹੀ ਨਾਲ ਵੱਖ-ਵੱਖ ਗੁਰਮੁਖਾਂ ਨੇ, ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਹਾਜ਼ਰੀ ਭਰੀ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਦੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਪੇਸ਼ ਕਰਨ ਜਾ ਰਹੇ ਹਾਂ। ਉਦਾਸ ਲਈ ਵਾਰ ਤੇ ਜਨਮ ਸਾਖੀਆਂ ਤੋਂ ਇਲਾਵਾ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਇਲਾਵਾ ਕੋਈ ਵੀ ਹੋਰ ਕੋਰਸ ਨਹੀਂ ਜੇ ਆਧਾਰ ਤੇ ਅਸੀਂ ਗੁਰੂ ਨਾਨਕ ਸਾਹਿਬ ਬਾਰੇ ਕੋਈ ਗੱਲ ਕਰ ਸਕੀਏ, ਉਹਨਾਂ ਦੀ ਲਾਈਫ ਹਿਸਟਰੀ ਬਾਰੇ। ਪਰ ਜਦੋਂ 400 ਸਾਲਾ ਮਨਾਇਆ ਜਾ ਰਿਹਾ ਸੀ ਤੇ ਉਦੋਂ ਨਿਊਜ਼ੀਲੈਂਡ ਦਾ ਇੱਕ ਸਕਾਲਰ ਮਿਸ਼ਨਰੀ ਮੈਕਲਾਉਡ ਉਹਨੇ ਕਿਤਾਬ ਕੱਢ ਮਾਰੀ, ਉਹਦਾ PhD ਥੀਸਿਸ ਸੀ। ਤੇ ਇਹ ਜਿਹੜੀਆਂ ਜਨਮ ਸਾਖੀਆਂ ਨੇ ਹੈਗਿਓਗ੍ਰਾਫੀਕਲ ਅਕਾਊਂਟਸ ਨੇ ਔਰ ਗੁਰੂ ਨਾਨਕ ਸਾਹਿਬ ਦੇ ਮਿਥੀਕਲ ਸਟੋਰੀਜ਼ ਬਹੁਤ ਨੇ ਤੇ ਇਹ ਗੁਰੂ ਸਾਹਿਬ ਦੇ ਜਿਹੜੀ ਕਹਿ ਲਓ ਕਿ ਲਾਈਫ ਸਟੋਰੀ ਹੈ ਜਾਂ ਉਹਨਾਂ ਦੇ ਕੰਮਕਾਰ ਨੇ, ਉਹਨਾਂ ਦੇ ਜੀਵਨ ਉਦੇਸ਼ ਆ, ਉਹਦੇ ਬਾਰੇ ਇਹ ਕੋਈ ਬਹੁਤਾ ਚਾਨਣਾ ਨਹੀਂ ਪਾਉਂਦਾ। ਪਿਆਰ ਦੇ ਬੱਚੇ ਉਹ ਆਏ ਨੇ, ਸਾਡੀ ਹਾਕ ਮਾਰਨ ਤੇ ਆਏ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਮੌਕੇ ਤੇ ਆਪਣੇ ਵੱਲੋਂ, ਕਿਉਂਕਿ ਉਹਨਾਂ ਦਾ ਬੜਾ ਵਿਸ਼ਾਲ ਤਜਰਬਾ ਹੈ, ਵੱਡੀਆਂ ਇੰਟਰਨੈਸ਼ਨਲ ਕਾਨਫਰੰਸਿਸ ਜਿਹੜੀਆਂ ਨੇ ਉਹਨਾਂ ਵਿੱਚੋਂ 2-3 ਮੈਂ ਵੀ ਅਟੈਂਡ ਕੀਤੀਆਂ ਦਿੱਲੀ ਯੂਨੀਵਰਸਿਟੀ ਵਿਖੇ। ਸੋ ਉਹ ਇਸ ਮੌਕੇ ਤੇ ਆਪਣੇ ਜਿਹੜੇ ਇੰਪ੍ਰੈਸ਼ਨਸ ਨੇ, ਪ੍ਰਭਾਵ ਨੇ, ਉਹ ਸਾਡੇ ਨਾਲ ਸਾਂਝੇ ਕਰਨ ਡਾਕਟਰ ਜਸਵਿੰਦਰ ਸਿੰਘ ਸਰਕਾਰ ਨੇ ਕੀਤਾ। ਸਾਰੇ ਗੁਰੂ ਪਿਆਰੇ ਜਵਾਨ, ਗੁਰੂ ਪਿਆਰੇ ਕਰਵਾ ਫਤਿਹ ਸਾਜੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਡਾਕਟਰ ਆਸਾ ਸਿੰਘ ਜੀ ਤੇ ਪਰਮਜੀਤ ਸਿੰਘ ਹੋਰਾਂ ਨੇ ਪ੍ਰੋਗਰਾਮ ਲਿਖਿਆ, ਬੜੀ ਖੁਸ਼ੀ ਹੈ। ਅਸੀਂ ਪਿਛਲੇ 6-7 ਮਹੀਨਿਆਂ ਤੋਂ ਲਗਾਤਾਰ ਇਸੇ ਚੱਕਰ ਵਿੱਚ ਸੀਗੇ ਕਿ ਜਿਹੜੀ ਸਿੱਖ ਇਤਿਹਾਸ ਦੀ ਕਾਨਫਰੰਸ ਡਾਕਟਰ ਗੰਗਾ ਸਿੰਘ ਹੋਰਾਂ ਨੇ, ਕਿਰਪਾਲ ਸਿੰਘ ਹੋਰਾਂ ਨੇ, ਉਸ ਤੋਂ ਬਾਅਦ ਫਿਰ ਸ਼ੁਰੂ ਕੀਤੀ ਸੀ, ਉਹ ਸਦੀ ਨੂੰ ਗਾਇਬ ਹੋ ਗਿਆ। ਲੇਕਿਨ ਉਹਦਾ ਤੇ ਸਿੱਖ ਫਲਸਫੇ ਦੇ ਮਾਹਰ ਡਾਕਟਰ, ਪ੍ਰਿੰਸੀਪਲ, ਇਤਿਹਾਸਕਾਰ, ਖੋਜਕਾਰ, ਗੁਰੂ ਨਾਨਕ ਪਾਤਸ਼ਾਹ ਨੂੰ ਸਮਝਣ ਵਾਲੇ ਵਿਦਿਆਰਥੀ, ਬਹੁਤ ਸਤਿਕਾਰਯੋਗ ਰੂਹਾਂ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਉਹ ਫਲਸਫੇ ਨੂੰ, ਉਹਨਾਂ ਦੀ ਬਾਣੀ ਨੂੰ, ਉਹਨਾਂ ਦੇ ਨਾਮ ਨੂੰ ਹਿਰਦੇ ਦੇ ਵਿੱਚ ਪਿਆਰ ਨਾਲ ਵਸਾਇਆ। ਅਸੀਂ ਸਭ ਦਾ ਹਿਰਦੇ ਚੋਂ ਧੰਨਵਾਦ ਕਰਦੇ ਹਾਂ ਕਿ ਇਹਦੇ ਤੁਸੀਂ ਸਾਡੇ ਸੁਲਤਾਨਪੁਰ ਲੋਧੀ ਪਹੁੰਚੇ। ਜਿੱਥੋਂ ਵੀ ਆਏ ਆ ਉਹ ਮੁਬਾਰਕ ਚਰਨ ਸਿਰ ਮੱਥੇ। ਬਾਬਾ ਜੀ ਆਪਣਾ ਨਾਮ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ। ਆਸਾ ਸਿੰਘ ਜੀ ਘੁੰਮਣ ਤੇ ਉਹਨਾਂ ਦੇ ਨਾਲ ਮਾਨਸਾ ਜੀ ਤੇ ਹੋਰ ਇਹਨਾਂ ਦੇ ਸਾਰੇ ਸਹਿਯੋਗੀ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਉੱਤੇ ਰਾਜ ਕੀਤਾ। ਅੱਜ ਦੇ ਸੰਦਰਭ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਤੇ ਹੈ ਜਿਹੜੀ ਬਾਣੀ ਲਾਈਫ ਆਫ ਜੀਵਨ, ਉਹਨਾਂ ਦਾ ਦਿੱਤੀਆਂ ਸਿੱਖਿਆਵਾਂ ਕਿੰਨਾ ਕੁ ਸਾਡੇ ਜੀਵਨ ਦੇ ਵਿੱਚ ਸਾਰਥਕ ਹੋ ਸਕਦੀਆਂ ਨੇ ਜੇ ਅਸੀਂ ਉਹਨੂੰ ਅਪਣਾ ਲਈਏ, ਅਸੀਂ ਉਹਨਾਂ ਤੇ ਚੱਲ ਪਈਏ। ਸੋ ਜੋ ਉਹਨਾਂ ਨੇ ਸਾਨੂੰ ਦਿੱਤਾ ਉਹ ਬੇਸ਼ਕੀਮਤੀ ਹੈ, ਉਹਦੀ ਨਾ ਕੀਮਤ ਦੇ ਸਕਦਾ ਤੇ ਨਾ ਹੀ ਉਹਨਾਂ ਅਸੀਂ ਸਤਿਕਾਰ ਦੇ ਸਕਦੇ ਹਾਂ, ਨਾ ਉਹਨਾਂ ਜੋ ਉਹਨਾਂ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ। ਕਿਉਂਕਿ ਮਾਂ ਬਾਪ
ਬੱਚਿਆਂ ਵਾਸਤੇ ਬਹੁਤ ਘਾਲਣਾ ਘਾਲਦੇ ਆ। ਕੁਝ ਸਿਆਣੇ ਬੱਚੇ ਹੁੰਦੇ ਆ ਜਿਹੜੇ ਮਾਂ-ਬਾਪ ਦੇ ਪੈਰੀਂ ਹੱਥ ਲਾਉਂਦੇ ਆ, ਪਹਿਲੀ ਤੁਸੀਂ ਸਾਡੇ ਵਾਸਤੇ ਬਹੁਤ ਕੁਝ ਕੀਤਾ, ਤੁਹਾਡਾ ਧੰਨਵਾਦ। ਤੇ ਬਹੁਤ ਜਿਹੜੇ ਹੈਗੇ ਉਹ ਕਹਿੰਦੇ ਭਾਈ ਤੁਸੀਂ ਫਿਰ ਸਾਨੂੰ ਜੰਮਿਆ ਵਾ ਤਾਂ ਸਾਨੂੰ ਦੇਣਾ ਹੀ ਸੀ, ਹੋਰ ਕਿਹਨੂੰ ਦਿੰਦੇ ਤੁਸੀਂ ਸਾਡੇ ਲਈ ਕਰਨਾ ਸੀ। ਤੁਹਾਨੂੰ ਵੀ ਤਾਂ ਕਿਸੇ ਨੂੰ ਪੜ੍ਹਾਇਆ ਹੋਊਗਾ, ਤੁਹਾਨੂੰ ਵੀ ਕਿਸੇ ਨੇ ਰੋਟੀ ਸਿਖਾਈ ਹੋਊਗੀ, ਤੇ ਸਾਨੂੰ ਸਿਖਾ ਦਿੱਤੇ ਸਾਡੇ ਇਹ ਕਿਹੜੀ ਕੋਈ ਤੁਸੀਂ ਵੱਡੀ ਗੱਲ ਕਰ ਦਿੱਤੀ। ਇਹ ਭਾਸ਼ਾ ਵੀ ਸਾਡੇ ਸਮਾਜ ਦਾ ਹਿੱਸਾ। ਫਿਰ ਹੌਲੀ ਹੌਲੀ ਹੋਰ ਆ ਗਏ ਲੋਕ, ਫਿਰ ਉਹਨਾਂ ਨੇ ਕਹਿੰਦੇ ਜੀ ਬਾਬੇ ਇੱਕ ਅੱਗ ਲਾਉਣੀ ਤੇ ਪਰ ਇਹਨੂੰ ਲਾ ਦੋ, ਪਹਿਲੀ ਗੱਲ ਤਾਂ ਫਰਜ਼ ਨਹੀਂ ਬਣਦਾ। ਇਹ ਹੁਣ ਜਿਹੜੀ ਕਣਕ ਬੀਜਣੀ ਹੈ, ਜਿਹਨੇ ਹੈਪੀ ਸੀਡਰ ਇਹੋ ਜਿਹਾ ਆ ਗਿਆ ਸੁਪਰ ਸੀਡਰ, ਉਹਦੇ ਵਾਸਤੇ ਤਾਂ ਕੋਈ ਲੋੜ ਹੀ ਨਹੀਂ ਵੀ ਕਿ ਇੱਕ ਵਾਰੀ ਵੋਟ ਦੀ ਵੀ ਨਹੀਂ ਲੋੜ, ਪਹਿਲੀ ਵਾਰੀ ਬੀਜ ਦਿੰਦਾ। ਪ੍ਰੈਕਟੀਕਲ ਹੋਣਾ ਬੜਾ ਜ਼ਰੂਰੀ ਹੈ। ਯੂਨੀਵਰਸਿਟੀਆਂ ਬੜੇ ਆਰਾਮ ਨਾਲ ਹੁੰਦੀਆਂ ਨੇ, ਜਿਵੇਂ ਸੁਖਵਿੰਦਰ ਕੌਰ ਜੀ ਇਹਨਾਂ ਨੇ ਬੜੀ ਸਾਡੀ ਹੈਲਪ ਕੀਤੀ ਹੈ, ਔਰ ਸਰਦਾਰ ਗੁਰਪ੍ਰੀਤ ਸਿੰਘ ਜੀ ਇਹ ਵੀ ਰੇਲਕੋਟ ਫੈਕਟਰੀ ਤੋਂ ਆਏ ਨੇ, ਸਤਪਾਲ ਸਿੰਘ ਜੀ ਬੁਲਾਇਆ, ਇਹ ਆਏ ਪਹੁੰਚੇ ਨਹੀਂ ਹੈਗੇ, ਚਲੋ ਇਹਨਾਂ ਦਾ ਸਨਮਾਨ ਬਾਅਦ ਚ ਦੇ ਦੇਵਾਂਗੇ। ਡੈਲੀਗੇਟ ਤੇ ਸਾਡੇ ਕੋਲ ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਤੋਂ ਵੀ ਆ ਗਏ ਨੇ, ਦੇਹਰਾਦੂਨ ਤੋਂ ਵੀ ਡਾਕਟਰ ਕੁਲਵਿੰਦਰ ਸਿੰਘ ਜੀ ਕਮਿਸ਼ਨਰ ਸਾਹਿਬ ਉਹ ਵੀ ਪਹੁੰਚ ਗਏ ਨੇ, ਦੇਹਰਾਦੂਨ ਤੋਂ ਚੱਲ ਕੇ। ਅੱਜ 2 ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਆਸਾ ਸਿੰਘ ਘੁੰਮਣ ਤੇ ਉਹਨਾਂ ਦੇ ਸਾਥੀਆਂ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ, ਜਿਹਦੇ ਵਿੱਚ ਵੱਖ-ਵੱਖ ਵਿਦਵਾਨਾਂ ਨੇ ਜਿਹੜਾ ਹੈਗਾ ਉਹ ਭਾਸ਼ਣ ਦੇਣਗੇ, ਉਹ ਇਹਨਾਂ ਦੇ ਪੇਪਰ ਪੜ੍ਹਨਗੇ। ਵਿਦਵਾਨ ਆਏ ਹੋਏ ਆ ਤੇ ਜਿਹੜੇ ਹੈ ਇਹ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਹੋਰ ਅੱਗੇ ਕਿੱਦਾਂ ਜਿਹੜਾ ਹੈਗਾ ਵਿਚਾਰ ਕੀਤੀ ਜਾ ਸਕਦੀ, ਉਹਨਾਂ ਦੀ ਸਟੱਡੀ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਤੇ, ਉਹਦੇ ਬਾਰੇ ਜਿਹੜੀ ਹੈਗੀ ਹੈ 2 ਰੋਜ਼ਾ ਚੱਲਣਗੇ, ਅੱਜ ਵੀ ਤੇ ਕੱਲ੍ਹ ਨੂੰ ਵੀ। ਸੋ ਅੱਜ ਉਦਘਾਟਨ ਹੋਇਆ, ਅਸੀਂ ਮੁਬਾਰਕਾਂ ਦਿੰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦੀ ਯਾਦ 550 ਸਾਲਾਂ ਤੋਂ ਮਗਰੋਂ 552ਵਾਂ ਅਵਤਾਰ ਪੁਰਬ ਅਸੀਂ ਮਨਾ ਰਹੇ ਹਾਂ। ਅਸੀਂ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਜੋ ਉਹਨਾਂ ਨੇ ਉਪਦੇਸ਼ ਦਿੱਤਾ, ਅਸੀਂ ਹਵਾ ਪਾਣੀ ਤੇ ਧਰਤੀ ਨੂੰ ਸੰਭਾਲੀਏ, ਵੱਧ ਤੋਂ ਵੱਧ ਬੂਟੇ ਲਾਈਏ। ਆਉਣ ਵਾਲੀਆਂ ਪੀੜ੍ਹੀਆਂ ਤਾਂ ਹੀ ਬਚਣਗੀਆਂ ਜੇ ਹਵਾ ਪਾਣੀ ਤੇ ਧਰਤੀ ਬਚੂਗੀ। ਤਿੰਨਾਂ ਤੱਤਾਂ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ, ਜਵਾਬਦੇਹੀ ਵੀ ਬਣਦੀ ਹੈ। ਜੇ ਅਸੀਂ ਸਾਰੇ ਰਲ ਕੇ ਯਤਨ ਕਰਾਂਗੇ ਤੇ ਸਾਰਾ ਕੁਝ ਸੰਭਵ ਹੋ ਸਕਦਾ। ਇਸੇ ਉੱਤੇ ਹੀ ਅੱਜ ਵਿਚਾਰ ਸੀ। ਅੱਜ ਜਿਹੜਾ 2 ਰੋਜ਼ਾ ਵਿਸ਼ਵ ਸਿੱਖ ਕਾਨਫਰੰਸ ਦਾ ਆਗਾਜ਼ ਹੋਇਆ ਔਰ ਉਸ ਦੇ ਇਨੈਗੁਰਲ ਸੈਸ਼ਨ ਦੇ ਵਿੱਚ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਮੁੱਖ ਮਹਿਮਾਨ ਸਨ, ਔਰ ਉਹਨਾਂ ਦੇ ਨਾਲ ਬੀਬੀ ਆਪਣਾ ਗੁਰਪ੍ਰੀਤ ਕੌਰ ਜੀ ਜੋ ਕਿ ਮੈਂਬਰ ਨੇ SGPC, ਔਰ SDM ਸੁਲਤਾਨਪੁਰ ਲੋਧੀ ਸਰਦਾਰ ਰਣਜੀਤ ਸਿੰਘ ਜੀ ਸਾਡੇ ਵਿੱਚ ਉਚੇਚੇ ਤੌਰ 'ਤੇ ਸ਼ਾਮਲ ਸਨ। ਇਸ ਤੋਂ ਬਿਨਾਂ ਦਿੱਲੀ ਤੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਜਿਹੜੇ ਸਕਾਲਰਸ ਨੇ ਉਹ ਪਹੁੰਚੇ ਸਨ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਦੇ ਵਿੱਚ ਜਿਹੜੀ ਇਹ ਵਿਸ਼ਵ ਸਿੱਖ ਕਾਨਫਰੰਸ ਕਰਾਈ ਗਈ, ਜੋ ਪਹਿਲੀ ਵਾਰ ਸੁਲਤਾਨਪੁਰ ਦੀ ਧਰਤੀ ਤੇ ਹੋ ਰਹੀ ਹੈ। ਸੋ ਇੱਕ ਬਹੁਤ ਅੱਛਾ ਉਪਰਾਲਾ ਵਾ, ਔਰ ਇਸ ਵਿਸ਼ਵ ਸਿੱਖ ਕਾਨਫਰੰਸ ਦੇ ਵਿੱਚ ਬਹੁਤ ਸਾਰੇ ਐਸੇ ਨੁਕਤੇ ਉਠਾਏ ਗਏ। ਖਾਸ ਤੌਰ ਤੇ ਜਿਹੜਾ ਦਾ ਟੌਪਿਕ ਹੈ ਅੱਜ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਬਾਣੀ ਦੀ ਪ੍ਰਸੰਗਿਕਤਾ। ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ ਵਿੱਚ ਇਸ ਬਾਣੀ ਤੇ ਚੱਲਣ ਦੀ, ਅਮਲ ਕਰਨ ਦੀ। ਨਹੀਂ ਤਾਂ ਕਹਿੰਦੇ ਨਾ ਵੀ ਕਥਨ ਜ਼ਿਆਦਾ ਹੈ, ਅਮਲ ਘੱਟ ਹੈ। ਔਰ ਇਸ ਬਾਣੀ ਦੇ ਜਦੋਂ ਅਸੀਂ ਗੌਰ ਨਾਲ ਇਹਨੂੰ ਵਿਚਾਰਦੇ ਹਾਂ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਅੱਜ ਜੇ ਧਰਤੀ ਦੀ ਗੱਲ ਕਰੀਏ ਉਹ ਗੰਦਲੀ ਹੋ ਰਹੀ ਹੈ, ਹਵਾ ਦੀ ਗੱਲ ਕਰੀਏ ਉਹ ਗੰਦਲੀ ਹੋ ਰਹੀ ਹੈ, ਸੋਚ ਜਿਹੜੀ ਹੈ ਉਹ ਗੰਦਲੀ ਹੋ ਰਹੀ ਹੈ। ਸੋਚ ਨੂੰ ਪਵਿੱਤਰ ਕਰਨ ਦੀ ਬਹੁਤ ਲੋੜ ਹੈ। ਬਹੁਤ ਹੀ ਖੁਸ਼ੀ ਦੀ ਗੱਲ ਹੈ ਬਈ ਇਹ ਗੁਰੂ ਨਾਨਕ ਸਾਹਿਬ ਜੀ ਦੀ ਇਹ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਦੇ ਅੰਦਰ ਅੱਜ ਇਹ ਜੋ ਸਿੱਖ ਵਿਸ਼ਵ ਕਾਨਫਰੰਸ ਹੋ ਰਹੀ ਹੈ, ਇਸ ਦੇ ਅੰਦਰ ਬਹੁਤ ਹੀ ਅੱਛੇ ਬੁੱਧੀਜੀਵੀ, ਮਹਾਤਮਾ ਲੋਕ, ਪ੍ਰੋਫੈਸਰ ਜਨ, ਸਕਾਲਰ ਲੋਕ ਆਏ ਆ। ਵਿਚਾਰ ਇਹ ਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਫਲਸਫਾ, ਸਿਧਾਂਤ ਆ, ਵਿਰਾਸਤ ਆ, ਉਹ ਜਦੋਂ ਉਹਨਾਂ ਨੇ ਆਪਣਾ ਇੱਥੇ ਆ ਕਰਕੇ ਸਾਨੂੰ ਸੰਦੇਸ਼ ਦਿੱਤਾ ਸੀ, ਉਸ ਸੰਦੇਸ਼ ਨੂੰ ਅਸੀਂ ਹੁਣ ਵਰਤਮਾਨ ਸਮੇਂ ਅੰਦਰ ਆਪਣੇ ਜੀਵਨ ਵਿੱਚ ਕਿੰਨਾ ਕੁ ਢਾਲ ਰਹੇ ਹਾਂ। ਗੁਰੂ ਨਾਨਕ ਬਾਣੀ ਦੀ ਵਰਤਮਾਨ ਪ੍ਰਸੰਗਿਕਤਾ ਇਹ ਵਿਸ਼ੇ ਹੈ ਵੀ ਗੁਰੂ ਨਾਨਕ ਸਾਹਿਬ ਜੀ ਦਾ ਜੋ ਸੰਦੇਸ਼, ਉਪਦੇਸ਼ ਹੈ
ਉਹ ਹੁਣ ਵਰਤਮਾਨ ਸਮੇਂ ਅੰਦਰ ਆਪਾਂ ਆਪਣੇ ਜੀਵਨ ਵਿੱਚ ਕਿੰਨਾ ਕੁ ਢਾਲ ਰਹੇ ਆ, ਤੇ ਜੇ ਨਹੀਂ ਢਾਲ ਰਹੇ ਤੇ ਉਹਨੂੰ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਉਤਾਰਿਆ ਜਾਵੇ। ਜਿਸ ਕਰਕੇ ਸਾਡਾ ਜਿਹੜਾ ਉਹਨਾਂ ਨੇ ਸਾਨੂੰ ਸਿਧਾਂਤ ਬਖਸ਼ਿਆ ਸੀ, 3 ਚੀਜ਼ਾਂ ਕਹੀਆਂ। ਉਹਨਾਂ ਕਿਹਾ ਨਾਮ ਜਪੋ ਤੇ ਵੰਡ ਕੇ ਛਕੋ ਤੇ ਕਿਰਤ ਕਰੋ। ਉਹ ਜਿਹੜਾ ਫਲਸਫਾ ਆ, ਉਸੇ ਹੀ ਫਲਸਫੇ ਨੂੰ ਮੁੱਖ ਰੱਖ ਕੇ ਇਹ ਅੱਜ ਦੀ ਜਿਹੜੀ ਕਾਨਫਰੰਸ ਹੈ। ਤੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ, ਸਾਰੀ ਸੰਗਤ ਨੂੰ, ਸਾਰੇ ਸਿੱਖ ਪੰਥ ਨੂੰ ਇਸ ਕਾਨਫਰੰਸ ਦੀ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਵਿਦਿਆਰਥੀ ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਗੁਰਦੁਆਰਾ ਸੰਤਕਾਟ ਸਾਹਿਬ ਸੁਲਤਾਨਪੁਰ ਲੋਧੀ ਦੇ ਵਿਦਿਆਰਥੀ ਹਾਂ, ਜੋ ਕੁਝ ਦਿਨਾਂ ਬਾਅਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦਿਹਾੜਾ ਜੋ ਸਾਰੇ ਹੀ ਵਰਲਡ ਦੇ ਅੰਦਰ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਉਚੇਚੇ ਪੱਧਰ 'ਤੇ ਸੁਲਤਾਨਪੁਰ ਲੋਧੀ ਅੰਦਰ ਬੜੀਆਂ ਤਿਆਰੀਆਂ ਚੱਲ ਰਹੀਆਂ, ਜਿਸ ਦੇ ਸੰਬੰਧ ਵਿੱਚ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਵਿਖੇ ਅੱਜ ਜੋ ਇਹ ਕਾਨਫਰੰਸ ਹੋ ਰਹੀ ਹੈ, ਇਸ ਦੇ ਵਿੱਚ ਸਾਡੇ ਵੀ ਸਾਰੇ ਵਿਦਿਆਰਥੀ ਹਾਜ਼ਰ ਹੋਏ ਨੇ। ਸਾਨੂੰ ਇੱਥੋਂ ਬੜੇ ਹੀ ਉੱਚ ਕੋਟੀ ਦੇ ਵਿਦਵਾਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਤੋਂ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹੀ ਦੇ ਇਤਿਹਾਸ ਬਾਰੇ ਬੜੀ ਹੀ ਗੁੱਝੀ ਜਾਣਕਾਰੀ ਜੋ ਹੈ ਉਹ ਪ੍ਰਾਪਤ ਹੋਈ ਹੈ। ਅਸੀਂ ਬੜੇ ਧੰਨਵਾਦੀ ਹਾਂ। ਜੋ ਵੀ ਸੰਗਤਾਂ ਇਹ ਪ੍ਰੋਗਰਾਮ ਦੇਖ ਰਹੀਆਂ ਨੇ, ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੋ ਗੁਰੂ ਨਾਨਕ ਦੇਵ ਪਾਤਸ਼ਾਹੀ ਦੇ ਨਾਲ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਰਹੇ ਨੇ, ਸਾਰਿਆਂ ਦੇ ਅੰਦਰ ਉਹ ਰਬਾਬ ਬਾਰੇ ਜਾਣਨ ਦੀ ਬੜੀ ਇੱਛਾ ਹੁੰਦੀ ਹੈ। ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਵੀ ਉਹ ਜਿਸ ਅਸਥਾਨ ਤੋਂ ਰਬਾਬ ਆਈ ਸੀ, ਉਸ ਸਥਾਨ 'ਤੇ ਜੋ ਵੀ ਦਰਸ਼ਨ ਕਰਨਾ ਚਾਹੁੰਦੇ ਹੋਣ, ਉਹ ਸੁਲਤਾਨਪੁਰ ਲੋਧੀ ਤੋਂ ਇਹ ਅਸਥਾਨ 12 ਕਿਲੋਮੀਟਰ ਜੋ ਲਹਿੰਦੇ ਪਾਸੇ ਵਾਲੇ ਮਖੂ ਵਾਲੀ ਸਾਈਡ 'ਤੇ ਗਿੱਦੜਪਿੰਡੀ ਦੇ ਨੇੜੇ ਹੈ। ਜੋ ਵੀ ਦਰਸ਼ਨ ਕਰਨਾ ਚਾਹੁੰਦੇ ਹੋਣ, ਉਹ ਇਸ ਸਥਾਨ 'ਤੇ ਜਾ ਕੇ ਜਿੱਥੋਂ ਭਾਈ ਫਰਿੰਦਾ ਜੀ ਦੇ ਕੋਲੋਂ ਭਾਈ ਮਰਦਾਨਾ ਜੀ ਰਬਾਬ ਲੈ ਕੇ ਆਏ ਸੀ, ਉਸ ਸਥਾਨ ਦੇ ਦਰਸ਼ਨ ਕਰ ਸਕਦੇ ਹਨ। ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਸਾਬੋ ਕੀ ਰਾਏ ਭੋਏ ਦੀ ਤਲਵੰਡੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਗੁਜ਼ਾਰਿਆ, ਉਸ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਵਾਸਤੇ ਗਲੋਬਲ ਸਿੱਖ ਵਿਚਾਰ ਮੰਚ ਵੱਲੋਂ ਵੱਖ-ਵੱਖ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ। 2 ਰੋਜ਼ਾ ਕਾਨਫਰੰਸ ਬੇਬੇ ਨਾਨਕੀ ਦੇ ਸਥਾਨ ਦੇ ਉੱਤੇ ਸੰਗਤਾਂ ਦੇ ਸੰਯੋਗ ਨਾਲ 11 ਨਵੰਬਰ ਅਤੇ 12 ਨਵੰਬਰ ਨੂੰ ਵੀਰਵਾਰ ਸ਼ੁੱਕਰਵਾਰ ਆਯੋਜਿਤ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਵਾਨ ਪਹੁੰਚੇ ਹੋਏ ਹਨ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਲੱਖਣ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਿਵੇਂ ਦੁਨੀਆ ਵਿੱਚ ਕੀਤਾ ਜਾ ਸਕਦਾ ਹੈ, ਉਹਦੇ ਬਾਰੇ ਸਿਰ ਜੋੜ ਕੇ ਵਿਚਾਰ ਕਰਨ ਵਾਸਤੇ ਇੱਥੇ ਸਾਰੇ ਇਕੱਤਰ ਹੋਏ ਹਨ। For more updates, download Punjab One TV app free on Roku, Tikri TV, Google Play Store, iOS. Like, follow and share our Facebook page, YouTube channel भी subscribe कर सकते हो।